ਪਿਆਰੇ ਬੱਚਿਓ, ਅੱਜ ਅਸੀਂ ਲੈਸਨ ਕਰਾਂਗੇ ਵੈਲਿਊ ਆਫ ਮਨੀ। ਇਸ ਦਾ ਮਤਲਬ ਹੈ ਪੈਸੇ ਦੀ ਕੀਮਤ। ਪਿਆਰੇ ਬੱਚਿਓ, ਪੈਸੇ ਦੀ ਬਹੁਤ ਹੀ ਜ਼ਿਆਦਾ ਕੀਮਤ ਹੁੰਦੀ ਹੈ, ਅਹਿਮੀਅਤ ਹੁੰਦੀ ਹੈ। ਇਸ ਨੂੰ ਕਮਾਉਣਾ ਬਹੁਤ ਮੁਸ਼ਕਿਲ ਹੈ ਅਤੇ ਖਰਚਣਾ ਬਹੁਤ ਆਸਾਨ ਹੈ। I was 14 when I learned the value of money. ਮੈਂ 14 ਸਾਲ ਦੀ ਸੀ ਜਦੋਂ ਮੈਨੂੰ ਪੈਸੇ ਦੀ ਕੀਮਤ ਪਤਾ ਚੱਲੀ। I wanted to get myself a new computer. Although there was nothing wrong with the computer I was already using. ਮੈਂ ਖੁਦ ਨੂੰ ਇੱਕ ਨਵਾਂ ਕੰਪਿਊਟਰ ਲੈ ਕੇ ਦੇਣਾ ਚਾਹੁੰਦੀ ਸੀ, ਭਾਵੇਂ ਕਿ ਜੋ ਕੰਪਿਊਟਰ ਮੈਂ ਆਲਰੇਡੀ ਪਹਿਲਾਂ ਤੋਂ ਯੂਜ਼ ਕਰ ਰਹੀ ਸੀ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਸੀ। ਉਹ ਬਿਲਕੁਲ ਵਧੀਆ ਔਰ ਠੀਕ ਚੱਲ ਰਿਹਾ ਸੀ। It was summer break and I had been watching a lot of TV. ਸਮਰ ਬ੍ਰੇਕ ਚੱਲ ਰਹੀ ਸੀ, ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸਨ ਅਤੇ ਮੈਂ ਬਹੁਤ ਜ਼ਿਆਦਾ TV ਦੇਖ ਰਹੀ ਸੀ। There was this one advertisement that would pop up on screen all the time. TV ਦੀ ਸਕਰੀਨ ਉੱਤੇ ਇੱਕ ਮਸ਼ਹੂਰੀ, ਇੱਕ ਐਡਵਰਟੀਜ਼ਮੈਂਟ ਜੋ ਹਰ ਟਾਈਮ ਪੌਪ ਅਪ ਕਰਦੀ ਰਹਿੰਦੀ ਸੀ, ਮਤਲਬ ਸਕਰੀਨ ਉੱਤੇ ਬਾਰ-ਬਾਰ ਦਰਸਾਈ ਜਾਂਦੀ ਸੀ। It was for the latest Bell computer. ਅਤੇ ਉਹ ਮਸ਼ਹੂਰੀ, ਉਹ ਐਡਵਰਟੀਜ਼ਮੈਂਟ ਕਿਸ ਚੀਜ਼ ਦੇ ਬਾਰੇ ਸੀ? ਬਿਲਕੁਲ ਮਾਰਕੀਟ ਵਿੱਚ ਨਵੇਂ ਆਏ ਲੇਟੈਸਟ ਬੈਲ ਕੰਪਿਊਟਰਸ ਦੇ ਬਾਰੇ ਸੀ। It had the fastest processor and unbelievably high storage, among many other new features. ਇਸ ਦਾ ਸਭ ਤੋਂ ਜ਼ਿਆਦਾ ਫਾਸਟੈਸਟ ਪ੍ਰੋਸੈਸਰ ਸੀ। ਪ੍ਰੋਸੈਸਰ ਬੱਚਿਓ ਹੁੰਦਾ ਹੈ ਜਿਸ ਦੇ ਨਾਲ ਤੁਹਾਡੇ ਕੰਪਿਊਟਰ ਦੇ ਵਿੱਚ ਉਸਦੀ ਸਪੀਡ ਬਣਦੀ ਹੈ। ਅਗਰ ਤੁਹਾਡੇ ਕੰਪਿਊਟਰ ਦਾ ਪ੍ਰੋਸੈਸਰ ਬਹੁਤ ਫਾਸਟ ਹੈ ਤਾਂ ਤੁਹਾਡੇ ਕੰਪਿਊਟਰ ਦੀ ਸਪੀਡ ਓਨੀ ਹੀ ਜ਼ਿਆਦਾ ਹੋਏਗੀ। ਔਰ ਇਸ ਬੈਲ ਕੰਪਿਊਟਰ ਦਾ ਜੋ ਪ੍ਰੋਸੈਸਰ ਸੀ ਉਹ ਬਹੁਤ ਜ਼ਿਆਦਾ ਫਾਸਟ ਸੀ ਐਂਡ ਅਨਬਿਲੀਵੇਬਲੀ ਹਾਈ ਸਟੋਰੇਜ, ਔਰ ਇਸ ਦੀ ਸਟੋਰੇਜ ਕੈਪੈਸਿਟੀ ਇੰਨੀ ਕੁ ਜ਼ਿਆਦਾ ਸੀ ਜਿਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਬਿਲੀਵ ਮਤਲਬ ਵਿਸ਼ਵਾਸ ਕਰਨਾ, ਅਨਬਿਲੀਵੇਬਲੀ ਮਤਲਬ ਜਿਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਐਮੰਗ ਮੈਨੀ ਅਦਰ ਨਿਊ ਫੀਚਰਸ ਹੁੰਦੇ ਨੇ ਵਿਸ਼ੇਸ਼ਤਾਵਾਂ ਜਾਂ ਗੁਣ, ਮਤਲਬ ਇਸ ਕੰਪਿਊਟਰ ਦੇ ਹੋਰ ਬਾਕੀ ਦੇ ਗੁਣਾਂ ਦੇ ਵਿੱਚੋਂ ਇਹ ਗੁਣ ਸਭ ਤੋਂ ਜ਼ਿਆਦਾ ਅੱਛਾ ਸੀ। I was intrigued. I would go online and watch people reviewing the computer just to find out more about its features. Intrigued ਦਾ ਮਤਲਬ ਹੁੰਦਾ ਹੈ ਬੱਚਿਓ ਕਿਊਰੀਅਸ ਹੋਣਾ, ਫੈਸੀਨੇਟ ਹੋਣਾ, ਕਿਸੇ ਚੀਜ਼ ਦੇ ਵੱਲ ਆਕਰਸ਼ਿਤ ਹੋਣਾ। ਇਸ ਕੰਪਿਊਟਰ ਦਾ ਫਾਸਟੈਸਟ ਪ੍ਰੋਸੈਸਰ ਦੇਖ ਕੇ ਅਤੇ ਇੰਨੀ ਹਾਈ ਸਟੋਰੇਜ ਦੇਖ ਕੇ ਮੈਨੂੰ ਬੜੀ ਉਤਸੁਕਤਾ ਹੋ ਗਈ। ਇਸ ਕੰਪਿਊਟਰ ਦੇ ਹੋਰ ਕੀ ਫੀਚਰਸ ਨੇ ਇਹ ਜਾਣਨ ਦੇ ਲਈ ਮੈਂ ਔਨਲਾਈਨ ਹੋ ਕੇ ਇੰਟਰਨੈਟ ਨੂੰ ਔਨ ਕਰਕੇ ਅਤੇ ਲੋਕਾਂ ਦੇ ਉੱਥੇ ਰਿਵਿਊਜ਼ ਪੜ੍ਹਦੀ ਇਸ ਕੰਪਿਊਟਰ ਦੇ ਬਾਰੇ। ਬੱਚੇ ਰਿਵਿਊਜ਼ ਕੀ ਹੁੰਦੇ ਨੇ? ਰਿਵਿਊਜ਼ ਹੁੰਦੇ ਨੇ ਜਿਵੇਂ ਕਿ ਮੰਨ ਲਓ ਤੁਸੀਂ ਕੋਈ ਚੀਜ਼ ਖਰੀਦੀ ਹੈ ਔਨਲਾਈਨ, ਕੰਪਿਊਟਰ ਦੇ ਥਰੂ, ਇੰਟਰਨੈਟ ਦੇ ਥਰੂ ਤੁਸੀਂ ਕੋਈ ਔਨਲਾਈਨ ਚੀਜ਼ ਖਰੀਦੀ ਹੈ ਅਤੇ ਉਸ ਚੀਜ਼ ਨੂੰ ਖਰੀਦਣ ਤੋਂ ਬਾਅਦ ਤੁਹਾਡਾ ਉਸ ਚੀਜ਼ ਦੇ ਬਾਰੇ ਕੀ ਐਕਸਪੀਰੀਅੰਸ ਹੈ, ਤਜਰਬਾ ਹੈ, ਤੁਹਾਨੂੰ ਉਹ ਚੀਜ਼ ਕਿੱਦਾਂ ਦੀ ਲੱਗੀ ਹੈ, ਤੁਸੀਂ ਉਸ ਪ੍ਰੋਡਕਟ ਦੇ ਥੱਲੇ ਜਾ ਕੇ ਆਪਣਾ ਰਿਵਿਊ ਦਿੰਦੇ ਹੋ, ਆਪਣੇ ਵਿਚਾਰ ਲਿਖਦੇ ਹੋ ਕਿ ਇਹ ਚੀਜ਼ ਅੱਛੀ ਹੈ, ਜਿੱਦਾਂ ਕਿ ਅਸੀਂ ਸਟਾਰਸ ਦਿੰਦੇ ਹਾਂ ਕਿਸੇ ਚੀਜ਼ ਨੂੰ। ਅਤੇ ਇਹ ਰਿਵਿਊਜ਼ ਦੇਖ ਕੇ ਹੀ ਦੂਸਰਾ ਕੋਈ ਬੰਦਾ ਉਸ ਚੀਜ਼ ਨੂੰ, ਪ੍ਰੋਡਕਟ ਨੂੰ ਖਰੀਦਣ ਦੀ ਇੱਛਾ ਰੱਖਦਾ ਹੈ ਕਿ ਇਹ ਚੀਜ਼ ਮੈਨੂੰ ਖਰੀਦਣੀ ਚਾਹੀਦੀ ਹੈ ਜਾਂ ਨਹੀਂ ਖਰੀਦਣੀ ਚਾਹੀਦੀ ਹੈ। ਇਸ ਲੈਸਨ ਦੇ ਵਿੱਚ ਵੀ ਨਰੇਟਰ ਜੋ ਹੈ ਉਹ ਦੂਜਿਆਂ ਦੇ ਰਿਵਿਊਜ਼ ਪੜ੍ਹਦੀ ਹੈ, ਦੇਖਦੀ ਹੈ ਕਿ ਬਾਕੀ ਲੋਕ ਇਸ ਨਵੇਂ ਲੇਟੈਸਟ ਬੈਲ ਕੰਪਿਊਟਰ ਦੇ ਬਾਰੇ 'ਚ ਕੀ ਸੋਚਦੇ ਨੇ, ਉਹਨਾਂ ਦੇ ਕੀ ਰਿਵਿਊਜ਼ ਨੇ। I would read articles about its features in tech magazines. ਮੈਂ ਇਸ ਦੇ ਅਲੱਗ-ਅਲੱਗ ਫੀਚਰਸ ਜੋ ਨੇ ਉਹਨਾਂ ਦੇ ਬਾਰੇ ਆਰਟੀਕਲਸ ਪੜ੍ਹਦੀ ਹਾਂ ਮੈਗਜ਼ੀਨਸ ਦੇ ਵਿੱਚ। ਟੈਕ ਮੈਗਜ਼ੀਨ ਬੱਚਿਓ ਟੈਕਨੋਲੋਜੀ ਵਾਲੀ ਮੈਗਜ਼ੀਨ। ਇਟ ਅਪੀਅਰਡ ਟੂ ਬੀ ਐਨ ਅਲਟੀਮੇਟ ਕੰਪਿਊਟਰ। ਇਹ ਕੰਪਿਊਟਰ ਦੀ ਬੈਸਟ ਕੰਪਿਊਟਰ ਪ੍ਰਤੀਤ ਹੋ ਰਿਹਾ ਸੀ। ਅਲਟੀਮੇਟ ਮਤਲਬ ਬਹੁਤ ਵਧੀਆ, ਦੀ ਬੈਸਟ ਵਨ, ਵਾਈਲ ਦ ਲਿਮਿਟੇਸ਼ਨਸ ਆਫ ਮਾਈ ਓਨ ਕੰਪਿਊਟਰ ਮੇਡ ਮੀ ਅਨਹੈਪੀ। ਜਦ ਕਿ ਜੋ ਮੇਰਾ ਆਪਣਾ ਕੰਪਿਊਟਰ ਜੋ ਮੇਰੇ ਕੋਲ ਸੀ ਉਸ ਦੀਆਂ ਜੋ ਕਮੀਆਂ ਸੀ, ਲਿਮਿਟੇਸ਼ਨਸ ਮਤਲਬ ਉਸ ਦੀਆਂ ਸੀਮਾਵਾਂ, ਹੱਦਾਂ ਜਾਂ ਕਮੀਆਂ, ਉਹ ਮੈਨੂੰ ਨਾ ਖੁਸ਼ ਕਰ ਰਹੀਆਂ ਸੀ ਕਿਉਂਕਿ ਕਿਤੇ ਨਾ ਕਿਤੇ ਮੇਰਾ ਕੰਪਿਊਟਰ ਪੁਰਾਣਾ ਹੋ ਚੁੱਕਾ ਸੀ ਅਤੇ ਉਸ ਦੀਆਂ ਕੁਛ ਨਾ ਕੁਛ ਲਿਮਿਟੇਸ਼ਨ ਸੀ ਜਿਨ੍ਹਾਂ ਨੂੰ ਮੈਂ ਬਦਲਣਾ ਚਾਹੁੰਦੀ ਸੀ। ਬਟ ਮਾਈ ਪੇਰੈਂਟਸ ਰਿਫਿਊਜ਼ ਟੂ ਬਾਏ ਮੀ ਦ ਕੰਪਿਊਟਰ ਵੈਨ ਆਈ ਆਸਕ ਦੈਮ ਅਬਾਊਟ ਇਟ।
ਪਰ ਮੇਰੇ ਪੇਰੈਂਟਸ ਨੇ ਮੈਨੂੰ ਇਹ ਕੰਪਿਊਟਰ ਬਾਏ ਕਰਨ ਤੋਂ ਖਰੀਦਣ ਤੋਂ ਮਨਾ ਕਰਤਾ ਵੈਨ ਆਈ ਆਸਕ them ਅਬਾਊਟ ਇਟ। ਜਦੋਂ ਮੈਂ ਉਹਨਾਂ ਨੂੰ ਇਸ ਬਾਰੇ 'ਚ ਪੁੱਛਿਆ। ਰਿਫਿਊਜ਼ ਹੁੰਦਾ ਹੈ ਬੱਚਿਓ ਮਨਾ ਕਰਨਾ। Looking back now, I probably did not even need all those extra features. ਜੇ ਮੈਂ ਪਿਛਾਂ ਵਾਲਾ ਵੇਖਾਂ ਤਾਂ ਸ਼ਾਇਦ ਮੈਨੂੰ ਇੰਨੇ ਐਕਸਟਰਾ ਫੀਚਰਸ ਦੀਆਂ ਇੰਨੀਆਂ ਵਿਸ਼ੇਸ਼ਤਾਵਾਂ ਜਿਸ ਕੰਪਿਊਟਰ 'ਚ ਹੋਣ ਮੈਨੂੰ ਲੱਗਦਾ ਮੈਨੂੰ ਜ਼ਰੂਰਤ ਵੀ ਨਹੀਂ ਸੀ। I could do everything I wanted to do on my own computer without running into any issues, but the consumerist in me seemed to think otherwise. ਮੈਂ ਜੋ ਵੀ ਚਾਹੁੰਦੀ ਮੈਂ ਉਹ ਆਪਣੇ ਕੰਪਿਊਟਰ ਦੇ ਨਾਲ ਉਸ ਦੇ ਉੱਤੇ ਕਰ ਸਕਦੀ ਸੀ ਬਿਨਾਂ ਕਿਸੇ ਵੀ ਇਸ਼ੂ ਦੇ। ਬਟ ਜੋ ਮੇਰੇ ਅੰਦਰਲਾ ਉਪਭੋਗਤਾ ਸੀ, ਕੰਜ਼ਿਊਮਰਿਸਟ ਸੀ, ਉਸ ਨੂੰ ਲੱਗ ਰਿਹਾ ਸੀ ਕਿ ਨਹੀਂ, ਮੈਨੂੰ ਇੱਕ ਨਵੇਂ ਕੰਪਿਊਟਰ ਦੀ ਜ਼ਰੂਰਤ ਹੈ, ਮੈਂ ਇੱਕ ਨਵਾਂ ਕੰਪਿਊਟਰ ਖਰੀਦਣਾ ਚਾਹੁੰਦੀ ਹਾਂ। ਬੱਚਿਓ, ਕੰਜ਼ਿਊਮਰਿਸਟ ਦਾ ਮਤਲਬ ਕੀ ਹੁੰਦਾ ਹੈ? ਜਦੋਂ ਸਾਡੇ ਕੋਲ ਕੋਈ ਚੀਜ਼ ਪਹਿਲਾਂ ਤੋਂ ਮੌਜੂਦ ਹੈ ਜਿਸ ਦੇ ਨਾਲ ਸਾਡਾ ਟਾਈਮ ਵੀ ਨਿਕਲ ਰਿਹਾ ਹੈ, ਜੋ ਚੀਜ਼ ਅਸੀਂ ਵਰਤੋਂ ਕਰ ਰਹੇ ਹਾਂ ਉਸ ਚੀਜ਼ ਨਾਲ ਸਾਡਾ ਸਰ ਰਿਹਾ ਹੈ, ਪਰ ਉਸ ਦੇ ਬਾਵਜੂਦ ਅਸੀਂ ਇੱਕ ਨਵੀਂ ਚੀਜ਼ ਨੂੰ ਖਰੀਦਣਾ ਚਾਹੁੰਦੇ ਹਾਂ। ਇਹ ਲਾਲਸਾ ਜੋ ਹੈ ਇੱਕ ਕੰਜ਼ਿਊਮਰਿਸਟ ਦੇ ਅੰਦਰ ਹੁੰਦੀ ਹੈ। ਇੱਦਾਂ ਦੇ ਪਰਸਨ ਨੂੰ ਅਸੀਂ ਕੰਜ਼ਿਊਮਰਿਸਟ ਕਹਿੰਦੇ ਹਾਂ। ਆਫਟਰ ਅ ਵਾਈਲ, ਕੁਛ ਟਾਈਮ ਬਾਅਦ ਮਾਈ ਪੇਰੈਂਟਸ ਨੋਟਿਸਡ ਹਾਊ obsessed I was with this new computer. ਮੇਰੇ ਮਾਂ-ਬਾਪ ਨੇ ਇਹ ਨੋਟਿਸ ਕੀਤਾ, ਧਿਆਨ ਦਿੱਤਾ ਕਿ ਮੈਂ ਇਸ ਨਵੇਂ ਕੰਪਿਊਟਰ ਨੂੰ ਲੈ ਕੇ ਕਿੰਨੀ ਪੈਸ਼ਨੇਟ ਹਾਂ, ਮੇਰੇ 'ਚ ਕਿੰਨਾ ਜਨੂੰਨ ਭਰਿਆ ਹੋਇਆ ਹੈ, ਕਿੰਨੀ ਮੈਂ obsessed ਹਾਂ। obsessed ਹੁੰਦਾ ਹੈ ਜਨੂੰਨ ਨਾਲ ਭਰਿਆ ਹੋਇਆ। ਜਦੋਂ ਤੁਹਾਨੂੰ ਕੋਈ ਬਹੁਤ ਪੈਸ਼ਨ ਹੋਵੇ ਕਿ ਮੈਂ ਇਹ ਚੀਜ਼ ਖਰੀਦਣੀ ਹੀ ਖਰੀਦਣੀ ਹੈ, ਉਦੋਂ ਅਸੀਂ ਯੂਜ਼ ਕਰਦੇ ਹਾਂ ਵਰਡ obsessed. So they decided to give me a chance to earn it. ਸੋ ਮੇਰੇ ਪੇਰੈਂਟਸ ਨੇ ਇਹ ਫੈਸਲਾ ਕੀਤਾ, ਇਹ ਸਲਾਹ ਕੀਤੀ ਕਿ ਉਹ ਮੈਨੂੰ ਪੈਸਾ ਕਮਾਉਣ ਦਾ ਇੱਕ ਚਾਂਸ ਦੇਣਗੇ, ਮੌਕਾ ਦੇਣਗੇ। They told me if I started doing house chores, they would give me money for it and I could save up until I had enough to buy the computer on my own. ਉਹਨਾਂ ਨੇ ਮੈਨੂੰ ਕਿਹਾ ਜੇਕਰ ਮੈਂ ਘਰ ਦੇ ਕੰਮ, ਹਾਊਸ ਚੋਰਸ ਮਤਲਬ ਹੁੰਦਾ ਹੈ ਘਰ ਦੇ ਕੰਮ, ਜੇਕਰ ਮੈਂ ਘਰ ਦੇ ਕੰਮ ਕਰਨੇ ਸਟਾਰਟ ਕਰ ਦਿੱਤੇ, they would give me money, ਉਹ ਮੈਨੂੰ ਪੈਸੇ ਦੇਣਗੇ ਇਸ ਘਰ ਦੇ ਕੰਮ ਨੂੰ ਕਰਨ ਦੇ ਲਈ, and I could save up until I had enough to buy the computer, ਔਰ ਮੈਂ ਇੰਨੇ ਕੁ ਪੈਸੇ ਅਰਨ ਕਰ ਸਕਦੀ ਹਾਂ, ਸੇਵ ਕਰ ਸਕਦੀ ਹਾਂ ਕਿ ਜਿਸ ਦੇ ਨਾਲ ਮੈਂ ਬਾਅਦ ਵਿੱਚ ਕੰਪਿਊਟਰ ਖੁਦ ਬ ਖੁਦ ਖਰੀਦਣ ਦੇ ਯੋਗ ਹੋ ਜਾਵਾਂ। It seemed like a good idea. ਇਹ ਇੱਕ ਬਹੁਤ ਹੀ ਵਧੀਆ ਆਈਡੀਆ ਪ੍ਰਤੀਤ ਹੋ ਰਿਹਾ ਸੀ। And I jumped at the opportunity, ਔਰ ਮੈਂ ਇਸ opportunity ਨੂੰ, ਇਸ ਮੌਕੇ ਨੂੰ ਫਟਾਫਟ ਗ੍ਰੈਬ ਕਰ ਲਿਆ। The very next day, ਅਗਲੇ ਹੀ ਦਿਨ I started waking up early to make extra time to be able to do more chores. ਮੈਂ ਅਗਲੇ ਹੀ ਦਿਨ ਜਲਦੀ ਉੱਠੀ ਤਾਂ ਕਿ ਮੈਂ ਐਕਸਟਰਾ ਟਾਈਮ ਕੰਮ ਕਰ ਸਕਾਂ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਘਰ ਦੇ ਕੰਮ ਜੋ ਹੈ, ਚੋਰਸ ਜੋ ਨੇ, ਉਹਨਾਂ ਨੂੰ ਪੂਰਾ ਕਰ ਸਕਾਂ। I would do the dishes 3 times a day. Do the dishes ਮਤਲਬ ਬਰਤਨ ਧੋਣੇ, ਭਾਂਡੇ ਧੋਣੇ। ਮੈਂ ਇੱਕ ਦਿਨ ਦੇ ਵਿੱਚ 3 ਵਾਰ ਭਾਂਡੇ ਧੋਂਦੀ ਸੀ। ਟੇਕ ਦ ਗਾਰਬੇਜ ਆਊਟ, ਕੂੜਾ ਕਰਕਟ ਬਾਹਰ ਸੁੱਟ ਕੇ ਆਉਂਦੀ ਸੀ। ਮੋ ਦ ਲੌਨ, ਲੌਨ ਨੂੰ ਸਾਫ਼ ਕਰਨਾ। ਔਨ ਦ ਵੀਕਐਂਡਸ, ਹਫਤੇ ਦੇ ਐਂਡ ਦੇ ਵਿੱਚ ਕਲੀਨ ਦ ਹੋਲ ਹਾਊਸ, ਪੂਰੇ ਘਰ ਨੂੰ ਸਾਫ਼ ਕਰਨਾ। ਐਂਡ ਵਾਸ਼ ਦ ਕਾਰ ਵੈਨ ਐਵਰ ਨੀਡਡ, ਜਦੋਂ ਜ਼ਰੂਰਤ ਹੁੰਦੀ ਸੀ ਉਦੋਂ ਕਾਰ ਨੂੰ ਵੀ ਮੈਂ ਵਾਸ਼ ਕਰਦੀ ਸੀ। I was working tirelessly every day. ਮੈਂ ਹਰ ਰੋਜ਼ ਬਿਨਾਂ ਥੱਕੇ ਕੰਮ ਕਰਦੀ ਸੀ। until my whole body was sore, ਜਦ ਤੱਕ ਮੇਰੀ ਪੂਰੀ ਬੋਡੀ ਜੋ ਹੈ ਥੱਕ ਟੁੱਟ ਨਹੀਂ ਜਾਂਦੀ ਸੀ। just to wake up the next day and do it again, ਜਦ ਤੱਕ ਮੈਂ ਥੱਕ ਟੁੱਟ ਕੇ ਅਗਲੇ ਦਿਨ ਲਈ ਦੁਬਾਰਾ ਤਿਆਰ ਨਹੀਂ ਹੋ ਜਾਂਦੀ ਸੀ, ਉੱਠਦੀ ਸੀ, ਫਿਰ ਤੋਂ ਹੀ ਉਹ ਕੰਮ ਕਰਨੇ ਸਟਾਰਟ ਕਰ ਦਿੰਦੀ ਸੀ। eventually I got used to it and it became easier. ਆਖਿਰਕਾਰ ਮੈਂ ਇਹਨਾਂ ਕੰਮਾਂ ਦੇ ਲਈ ਯੂਜ਼ ਟੂ ਹੋ ਗਈ, ਮਤਲਬ ਮੈਨੂੰ ਇਹਨਾਂ ਕੰਮਾਂ ਨੂੰ ਕਰਨ ਦੀ ਆਦਤ ਪੈ ਗਈ। ਐਂਡ ਇਟ ਬਿਕੇਮ ਈਜ਼ੀਅਰ, ਔਰ ਇਹ ਕੰਮ ਮੇਰੇ ਲਈ ਬੜੇ ਆਸਾਨ ਹੋ ਗਏ। ਆਈ ਆਲਸੋ ਗੋਟ ਮੋਰ ਐਫੀਸ਼ੀਐਂਟ ਐਟ ਇਟ ਐਂਡ ਸੂਨ ਆਈ ਵਾਜ਼ ਡੂਇੰਗ ਐਵਰੀਥਿੰਗ ਅ ਲੋਟ ਕੁਇਕਰ। ਮੈਂ ਇਹਨਾਂ ਕੰਮਾਂ ਨੂੰ ਕਰਨ ਦੇ ਲਈ ਜਲਦੀ ਹੀ ਹੋਰ ਜ਼ਿਆਦਾ ਐਫੀਸ਼ੀਐਂਟ ਹੋ ਗਈ, ਮਤਲਬ ਨਿਪੁੰਨ ਹੋ ਗਈ, ਅਤੇ ਮੈਂ ਹਰ ਕੰਮ
ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ, ਸਪੀਡ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ। ਐਜ਼ ਆਈ ਗੋਟ ਕੁਇੱਕਰ, ਜਿਵੇਂ ਜਿਵੇਂ ਮੇਰੇ ਕੰਮ ਦੇ ਵਿੱਚ ਤੇਜ਼ੀ ਆਉਂਦੀ ਗਈ, ਆਈ ਸਟਾਰਟਡ ਹੈਵਿੰਗ ਮੋਰ ਫ੍ਰੀ ਟਾਈਮ। ਮੇਰੇ ਕੋਲ ਹੋਰ ਵੀ ਵੱਧ ਸਮਾਂ, ਫ੍ਰੀ ਸਮਾਂ ਹੋਣ ਲੱਗਾ। ਐਂਡ ਡਿਡਨਟ ਰੀਅਲੀ ਨੋ, ਔਰ ਬਿਲਕੁਲ ਮੈਨੂੰ ਸਮਝ ਨਹੀਂ ਆ ਰਿਹਾ ਸੀ, ਪਤਾ ਨਹੀਂ ਚੱਲ ਰਿਹਾ ਸੀ ਵਾਟ ਟੂ ਡੂ ਵਿਦ ਇਟ, ਕਿ ਮੈਂ ਇੰਨੇ ਫ੍ਰੀ ਟਾਈਮ ਦੇ ਨਾਲ ਕੀ ਕਰਾਂ। ਪਲੀਜ਼ ਡੈਡ, ਇਜ਼ ਦੇਰ ਐਨੀਥਿੰਗ ਐਲਸ ਯੂ ਨੀਡ ਹੈਲਪ ਵਿਦ। ਅਤੇ ਮੈਂ ਆਪਣੇ ਪਾਪਾ ਨੂੰ ਕਹਿੰਦੀ, ਪਲੀਜ਼ ਡੈਡ, ਕਿਆ ਕੋਈ ਹੋਰ ਕੰਮ ਹੈ ਜਿਹਦੇ ਵਿੱਚ ਮੈਂ ਤੁਹਾਡੀ ਮਦਦ ਕਰ ਸਕਦੀ ਹੋਵਾਂ। ਆਈ ਐਮ ਵਿਲਿੰਗ ਟੂ ਡੂ ਐਨੀਥਿੰਗ, ਜਸਟ ਲੇ ਇਟ ਔਨ ਮੀ। ਮੈਂ ਕੁਛ ਵੀ ਕਰਨ ਲਈ ਇੱਛੁਕ ਹਾਂ, ਤੁਸੀਂ ਸਿਰਫ ਮੇਰੇ 'ਤੇ ਛੱਡ ਦਿਓ। ਗਿਵ ਮੀ ਮੋਰ ਚੋਰਸ, ਮੈਨੂੰ ਹੋਰ ਕੰਮ ਦਿਓ। ਆਈ ਰਿਮੈਂਬਰ ਪਲੀਡਿੰਗ ਵਿਦ ਡੈਡ, ਮੈਨੂੰ ਯਾਦ ਹੈ ਕਿ ਮੈਂ ਆਪਣੇ ਪਾਪਾ ਨੂੰ ਬੇਨਤੀਆਂ ਕਰ ਰਹੀ ਸੀ। ਆਈ ਵਾਜ਼ ਓਬਸੈਸਡ, ਮੈਂ ਜਨੂੰਨ ਨਾਲ ਭਰੀ ਹੋਈ ਸੀ। ਐਨੀ ਫ੍ਰੀ ਟਾਈਮ ਆਈ ਹੈਡ, ਆਈ ਵਾਂਟਡ ਟੂ ਫਿਲ ਇਟ ਵਿਦ ਮੋਰ ਵਰਕ ਐਂਡ ਮੋਰ ਮਨੀ। ਮੇਰੇ ਕੋਲ ਜੋ ਵੀ ਫ੍ਰੀ ਟਾਈਮ ਹੁੰਦਾ ਸੀ, ਮੈਂ ਇਸ ਨੂੰ ਕੰਮ ਕਰਕੇ ਪੂਰਾ ਕਰਨਾ ਚਾਹੁੰਦੀ ਸੀ ਅਤੇ ਹੋਰ ਪੈਸੇ ਅਰਨ ਕਰਨਾ ਚਾਹੁੰਦੀ ਸੀ। ਸਿੰਸ ਦ ਸਮਰ ਬ੍ਰੇਕ ਵਾਜ਼ ਆਲਮੋਸਟ ਓਵਰ, ਕਿਉਂਕਿ ਸਮਰ ਬ੍ਰੇਕ ਓਵਰ ਹੋਣ ਵਾਲੀ ਸੀ, ਖਤਮ ਹੋਣ ਵਾਲੀ ਸੀ। ਐਂਡ ਆਈ ਨਿਊ I would have less time once I started going to school again. ਮੈਨੂੰ ਪਤਾ ਸੀ ਕਿ ਜਦੋਂ ਮੈਂ ਸਕੂਲ ਜਾਣਾ ਸਟਾਰਟ ਕਰ ਦੇਣਾ ਹੈ ਅਤੇ ਮੇਰੇ ਕੋਲ ਫਿਰ ਘੱਟ ਟਾਈਮ ਹੋਵੇਗਾ। I wanted to work as much as possible during the break. ਇਸ ਲਈ ਜਿੰਨਾ ਵੀ ਹੋ ਸਕੇ ਮੈਂ ਓਨਾ ਵੱਧ ਤੋਂ ਵੱਧ ਕੰਮ ਕਰ ਲੈਣਾ ਚਾਹੁੰਦੀ ਸੀ ਬ੍ਰੇਕ ਦੇ ਦੌਰਾਨ। It took me a few months, but I eventually saved up enough to buy myself the Bell computer. ਮੈਨੂੰ ਕੁਛ ਮੰਥਸ ਲੱਗੇ, ਪਰ ਆਖਿਰਕਾਰ ਮੈਂ ਇੰਨੇ ਕੁ ਪੈਸੇ, ਕਾਫੀ ਪੈਸੇ ਸੇਵ ਕਰ ਲਏ ਕਿ ਮੈਂ ਆਪਣੇ ਆਪ ਦੇ ਲਈ ਬੈਲ ਕੰਪਿਊਟਰ ਬਾਏ ਕਰ ਸਕਾਂ, ਖਰੀਦ ਸਕਾਂ। ਇਨਫ ਦਾ ਮਤਲਬ ਹੁੰਦਾ ਹੈ ਬੇਟਾ ਕਾਫੀ। ਇਟ ਵਾਜ਼ ਅ ਵੀਕ ਬਿਫੋਰ ਮਾਈ ਬਰਥਡੇ, ਮੇਰੇ ਜਨਮ ਦਿਨ ਤੋਂ ਇੱਕ ਹਫ਼ਤਾ ਪਹਿਲਾਂ ਦੀ ਗੱਲ ਹੈ। ਆਈ ਵੈਂਟ ਟੂ ਦ ਬੈਲ ਸੈਂਟਰ ਟੂ ਪਲੇਸ ਐਨ ਆਰਡਰ। ਕੰਪਿਊਟਰ ਦਾ ਆਰਡਰ ਦੇਣ ਦੇ ਲਈ ਮੈਂ ਬੈਲ ਸੈਂਟਰ ਗਈ। I knew it would take at least a week for the store to get it in case it was out of stock. ਮੈਨੂੰ ਆਲਰੇਡੀ ਪਤਾ ਸੀ ਕਿ ਘੱਟ ਤੋਂ ਘੱਟ ਇੱਕ ਹਫ਼ਤਾ ਜੋ ਹੈ ਉਸ ਸਟੋਰ ਨੂੰ, ਕੰਪਿਊਟਰ ਨੂੰ ਅਰੇਂਜ ਕਰਨ ਦੇ ਵਿੱਚ ਲੱਗ ਸਕਦਾ ਹੈ ਜੇਕਰ ਉਹ ਆਊਟ ਆਫ ਸਟਾਕ ਹੋਇਆ ਤਾਂ। I walked in, ਮੈਂ ਅੰਦਰ ਗਈ and went straight to the employee sitting behind the front desk. ਉਸ employee ਕੋਲ ਜਿਹੜਾ ਕਿ ਫਰੰਟ ਡੈਸਕ 'ਤੇ ਬੈਕ ਸਾਈਡ 'ਤੇ ਬੈਠਾ ਹੈ, ਉਸ ਕੋਲ ਮੈਂ ਸਿੱਧੀ ਉਸ ਕੋਲ ਚਲੀ ਗਈ ਟੂ ਆਸਕ ਇਫ ਦ ਕੰਪਿਊਟਰ ਵਾਜ਼ ਅਵੇਲੇਬਲ। ਅਤੇ ਮੈਂ ਉਸਨੂੰ ਜਾ ਕੇ ਪੁੱਛਿਆ ਕਿ ਕਿਆ ਇਹ ਕੰਪਿਊਟਰ ਅਵੇਲੇਬਲ ਹੈ। ਓ ਯੂ ਡੋਂਟ ਨੀਡ ਟੂ ਬਾਏ ਦੈਟ ਵਨ, ਤੁਹਾਨੂੰ ਉਹ ਵਾਲਾ ਖਰੀਦਣ ਦੀ ਜ਼ਰੂਰਤ ਨਹੀਂ ਹੈ। ਵੀ ਹੈਵ ਅਨਦਰ ਵਨ ਕਮਿੰਗ ਆਊਟ ਸੂਨ, ਸਾਡੇ ਕੋਲ ਇੱਕ ਨਵਾਂ ਕੰਪਿਊਟਰ ਜਲਦ ਹੀ ਆਉਣ ਵਾਲਾ ਹੈ। ਇਟਸ ਈਵਨ ਫਾਸਟਰ ਐਂਡ ਹੈਜ਼ ਡਬਲ ਦ ਸਟੋਰੇਜ, ਹੀ ਸੈਡ। ਉਸ EMPLOYEE ਨੇ ਕਿਹਾ ਕਿ ਜੋ ਨਵਾਂ ਕੰਪਿਊਟਰ ਮਾਰਕੀਟ ਦੇ ਵਿੱਚ ਆਉਣ ਵਾਲਾ ਹੈ, ਇਹ ਬੈਲ ਕੰਪਿਊਟਰ ਨਾਲੋਂ ਵੀ ਜ਼ਿਆਦਾ ਫਾਸਟਰ ਹੈ ਐਂਡ ਇਸ ਦੀ ਡਬਲ ਸਟੋਰੇਜ ਹੈ। ਆਈ ਗੋਟ ਐਕਸਾਈਟਡ ਫॉर ਅ ਬਿਟ ਬਿਫੋਰ ਹੀ ਟੋਲਡ ਮੀ ਹਾਊ ਮਚ ਇਟ ਵੁੱਡ ਕੋਸਟ। ਮੈਂ ਥੋੜ੍ਹਾ ਜਿਹਾ ਜ਼ਿਆਦਾ ਉਤੇਜਿਤ ਹੋ ਗਈ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਉਸ ਦੀ ਕੀਮਤ ਦੱਸੇ। ਮੈਂ ਐਕਸਾਈਟਿਡ ਹੋ ਗਈ। ਆਈ ਰੀਅਲਾਈਜ਼ਡ ਇਟ ਵੁੱਡ ਨੀਡ ਅਨਦਰ 2 months ਆਫ ਡੂਇੰਗ ਚੋਜ਼ ਟੂ ਬੀ ਏਬਲ ਟੂ ਅਫੋਰਡ ਇਟ। ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਨੂੰ ਇਹ ਨਵਾਂ ਕੰਪਿਊਟਰ ਖਰੀਦਣ ਲਈ ਹੋਰ 2 ਮਹੀਨੇ ਜ਼ਿਆਦਾ ਕੰਮ ਕਰਨਾ ਪਏਗਾ ਘਰ ਦਾ, ਤਾਂ ਕਿ ਮੈਂ ਉਸਨੂੰ ਅਫੋਰਡ ਕਰ ਸਕਾਂ। ਮਤਲਬ ਮੈਨੂੰ ਹੋਰ ਮਿਹਨਤ ਕਰਕੇ ਪੈਸੇ ਕਮਾਉਣੇ ਪੈਣਗੇ। That is when I realized how fast technology changes, and no matter how good a machine is, there will always be a better, faster model in the market before you fully get used to the one you just got. ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਟੈਕਨੋਲੋਜੀ ਕਿੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ। ਇਹ ਬਿਲਕੁਲ ਵੀ ਮੈਟਰ ਨਹੀਂ ਕਰਦਾ ਕਿ ਕੋਈ ਮਸ਼ੀਨ ਕਿੰਨੀ ਅੱਛੀ ਹੈ, ਕਿੰਨੀ ਗੁੱਡ ਹੈ। ਹਮੇਸ਼ਾ ਹੀ ਇੱਕ ਨਵੀਂ ਮਸ਼ੀਨ ਦਾ ਜੋ ਬੈਟਰ, ਫਾਸਟਰ ਮਾਡਲ ਹੈ ਉਹ ਮਾਰਕੀਟ ਦੇ ਵਿੱਚ ਆਉਣ ਨੂੰ ਤਿਆਰ ਰਹਿੰਦਾ ਹੈ। ਔਰ ਜੋ ਕੰਪਿਊਟਰ, ਜੋ ਮਸ਼ੀਨ ਤੁਸੀਂ ਪਹਿਲਾਂ ਤੋਂ ਇਸਤੇਮਾਲ ਕਰ ਰਹੇ ਹੋ, ਹਜੇ ਤੁਸੀਂ ਉਸ ਦੇ ਉੱਤੇ ਨਿਪੁੰਨਤਾ ਹਾਸਿਲ ਕੀਤੀ ਹੀ ਹੁੰਦੀ ਹੈ ਕਿ ਨਵੀਂ ਮਸ਼ੀਨ ਮਾਰਕੀਟ ਦੇ ਵਿੱਚ ਆਉਣ ਲਈ ਰੈਡੀ ਹੁੰਦੀ ਹੈ। I decided that very moment not to buy the computer since I didn't want to spend my hard-earned money on something that would go down in value within no time.
मैं ये डिसाइड किया, मैं ये फैसला किया उस ही समय, दैट वैरी मोमेंट मतलब उस ही समय कि मैं हुण ये नवा कंप्यूटर नहीं खरीदांगी, क्योंकि मैं अपनी हार्ड अर्नड मनी मतलब बहुत ही मेहनत के नाल कमाए हुए पैसे जिहड़े है उन्होंने इस तरीके दे नाल स्पेंड नहीं करना चाहूँगी। I ended up investing all of it in a saving account। ਤੇ मैं ਅਖੀਰਕਾਰ ਕੀ ਕੀਤਾ ਕਿ ਜਿੰਨੇ ਪੈਸੇ ਮੈਂ ਕਮਾਏ ਸੀ, ਸੇਵ ਕੀਤੇ ਸੀ, ਉਸਨੂੰ ਇੱਕ ਸੇਵਿੰਗ ਅਕਾਊਂਟ ਦੇ ਵਿੱਚ ਪਾ ਦਿੱਤਾ। ਦਿਸ ਇਜ਼ ਹਾਊ ਆਈ ਲਰਨ ਦ ਵੈਲਿਊ ਆਫ ਮਨੀ। ਅਤੇ ਇਸ ਤਰੀਕੇ ਦੇ ਨਾਲ ਮੈਂ ਪੈਸੇ ਦੀ ਕੀਮਤ ਸਿੱਖ ਲਈ। ਬੱਚਿਓ, ਲੈਸਨ ਕਿਵੇਂ ਦਾ ਲੱਗਿਆ ਕਮੈਂਟਸ ਵਿੱਚ ਜ਼ਰੂਰ ਦੱਸਿਓ ਅਤੇ ਆਪਣੇ ਨਾਲ ਵਾਲੇ ਸਾਥੀਆਂ ਨੂੰ ਸ਼ੇਅਰ ਕਰਿਓ। ਜੇ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ।